ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਯੂਕੇ ਬਾਰੇ। ਯੂਕੇ ਕਿਉਂ ਜਾਣਾ ਚਾਹੀਦਾ ਹੈ, ਕਿਵੇਂ ਜਾਣਾ ਚਾਹੀਦਾ ਹੈ, ਉਸ ਦਾ ਪ੍ਰੋਸੈਸ ਕੀ ਰਹੇਗਾ। ਮੇਨ ਯੂਕੇ ਦੇ ਵਿੱਚ ਆਉਂਦੀ ਹੈ ਗੱਲ ਸਪਾਊਸ ਦੀ। ਜੇ ਤੁਸੀਂ ਮੈਰਿਡ ਹੋ, ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬੈਸਟ ਆਪਸ਼ਨ ਰਹਿੰਦਾ ਹੈ ਯੂਕੇ ਦਾ, ਕਿਉਂਕਿ ਆਸਟ੍ਰੇਲੀਆ ਤੋਂ ਬਿਨਾਂ ਇੱਕ ਸਿਰਫ ਯੂਕੇ ਹੀ ਹੈ ਜੋ ਤੁਹਾਨੂੰ ਸਪਾਊਸ ਨੂੰ ਨਾਲ ਲੈ ਕੇ ਜਾਣ ਦੀ ਆਪਸ਼ਨ ਦਿੰਦਾ ਹੈ। ਅਗਰ ਤੁਸੀਂ ਗ੍ਰੈਜੂਏਟ ਹੋ, ਮਾਸਟਰ ਡਿਗਰੀ ਕਰਨ ਲਈ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਦੂਜੀ ਗੱਲ ਆਉਂਦੀ ਹੈ ਯੂਕੇ ਦੇ ਵਿੱਚ ਹੋਣ ਵਾਲੇ ਇੰਟਰਵਿਊ ਦੀ। ਮੋਸਟ ਆਫ ਯੂਨੀਵਰਸਿਟੀਜ਼ ਹੁਣ ਇੰਟਰਵਿਊ ਲੈਂਦੀਆਂ ਹਨ, ਜਿਸ ਨੂੰ ਪ੍ਰੀ ਕੈਸ ਇੰਟਰਵਿਊ ਬੋਲਦੇ ਹਾਂ। ਖਾਸ ਕਰਕੇ ਪੰਜਾਬ ਅਤੇ ਹਰਿਆਣਾ ਬੋਰਡ ਦੇ ਬੱਚਿਆਂ ਲਈ ਇੰਟਰਵਿਊ 99% ਆਉਂਦਾ ਹੀ ਆਉਂਦਾ ਹੈ। ਇੰਟਰਵਿਊ ਦੇ ਵਿੱਚ ਪੁੱਛਿਆ ਕੀ ਜਾਂਦਾ ਹੈ, ਇੰਟਰਵਿਊ ਦੇ ਵਿੱਚ ਮੇਨਲੀ ਇਹ ਹੁੰਦਾ ਵੀ ਤੁਸੀਂ ਵਾਈ ਯੂਕੇ, ਤੁਸੀਂ ਯੂਕੇ ਕਿਉਂ ਚੂਜ਼ ਕਰ ਰਹੇ ਹੋ। ਵਾਈ ਨੋਟ ਅਦਰ ਕੰਟਰੀ, ਹੋਰ ਕੋਈ ਅਦਰ ਕੰਟਰੀ ਤੁਸੀਂ ਕਿਉਂ ਨਹੀਂ ਚੂਜ਼ ਕੀਤੀ ਐਜ਼ ਲਾਈਕ ਕੈਨੇਡਾ, ਆਸਟ੍ਰੇਲੀਆ ਜਾਂ USA। ਨੈਕਸਟ ਆਉਂਦਾ ਹੈ ਯੂਕੇ ਦੇ ਵਿੱਚ ਇੰਟਰਵਿਊ ਦੇ ਵਿੱਚ ਤੁਸੀਂ ਵਾਈ ਦਿਸ ਕੋਰਸ, ਇਹ ਕੋਰਸ ਕਿਉਂ ਚੂਜ਼ ਕੀਤਾ। ਅਗਰ ਤੁਸੀਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਚੂਜ਼ ਕਰ ਰਹੇ ਹੋ, ਤੁਹਾਡੀ ਲਾਸਟ ਸਟੱਡੀ ਅਗਰ ਕਾਮਰਸ ਦੀ ਹੈ ਜਾਂ ਤੁਸੀਂ ਆਰਟਸ ਬੈਕਗਰਾਊਂਡ ਤੋਂ ਹੋ ਤਾਂ ਅੱਗੇ ਤੁਸੀਂ ਕੋਰਸ ਚੂਜ਼ ਕਰ ਰਹੇ ਹੋ BA ਆਨਰਸ ਬਿਜ਼ਨਸ ਮੈਨੇਜਮੈਂਟ ਜਾਂ BA ਆਨਰਸ ਹੌਸਪਿਟੈਲਿਟੀ ਜਾਂ ਟੂਰਿਜ਼ਮ ਦਾ, ਤੁਸੀਂ ਇਹ ਕੋਰਸ ਕਿਉਂ ਚੂਜ਼ ਕੀਤਾ। ਦੈਨ ਕੁਐਸਚਨ ਆਉਂਦਾ ਹੈ ਇਹ ਕੋਰਸ ਤੁਹਾਡੇ ਓਨ ਕੰਟਰੀ ਦੇ ਵਿੱਚ ਅਵੇਲੇਬਲ ਹੈ, ਕਿਸ ਯੂਨੀਵਰਸਿਟੀ ਦੇ ਵਿੱਚ ਹੈ, ਤੁਸੀਂ ਉੱਥੋਂ ਕਿਉਂ ਨਹੀਂ ਕਰ ਰਹੇ, ਤਾਂ ਇਸ ਦਾ ਸਪੈਸੀਫਿਕ ਆਨਸਰ ਬੱਚੇ ਨੂੰ ਆਉਣਾ ਚਾਹੀਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਬੱਚੇ ਦੇ ਫਿਊਚਰ ਪਲਾਨ ਦੀ। ਬੱਚੇ ਦੇ ਮਾਈਂਡ ਸੈਟਅਪ ਦੇ ਵਿੱਚ ਫਿਊਚਰ ਪਲਾਨ ਉਹਦਾ ਬਿਲਕੁਲ ਉਹਨੂੰ ਮਤਲਬ ਉਹਦਾ ਗੋਲ ਫੋਕਸ ਉਹਦਾ ਹੋਣਾ ਚਾਹੀਦਾ ਹੈ ਵੀ ਉਹਨੇ ਫਿਊਚਰ ਦੇ ਵਿੱਚ ਕੋਰਸ ਕਰਨ ਤੋਂ ਬਾਅਦ ਕਰਨਾ ਕੀ ਹੈ। ਯੂਨੀਵਰਸਿਟੀ ਦਾ ਕੁਐਸਚਨ ਆਉਂਦਾ ਹੈ ਇਹੀ ਕੋਰਸ ਤੁਹਾਡੇ ਖੁਦ ਦੀ ਓਨ ਕੰਟਰੀ ਦੇ ਵਿੱਚ ਅਵੇਲੇਬਲ ਹੈ ਤਾਂ ਤੁਸੀਂ ਯੂਕੇ ਹੀ ਕਿਉਂ ਕਰਨ ਆ ਰਹੇ ਹੋ। ਤਾਂ ਉਹਦੇ ਵਿੱਚ ਜਸਟ ਨੋਰਮਲੀ ਬੱਚਾ ਆਨਸਰ ਕਰ ਸਕਦਾ ਹੈ ਕਿ ਇੱਕ ਤਾਂ ਯੂਕੇ ਦੇ ਵਿੱਚ ਬੱਚੇ ਨੂੰ ਮਲਟੀ ਕਲਚਰ ਇਨਵਾਇਰਮੈਂਟ ਮਿਲੇਗਾ, ਜਿਸ ਨਾਲ ਬੱਚਾ ਆਪਣੇ ਆਪ ਨੂੰ ਜ਼ਿਆਦਾ ਐਕਸਪਲੋਰ ਕਰ ਸਕਦਾ ਹੈ, ਆਪਣੀ ਸਕਿੱਲ ਨੂੰ, ਆਪਣੀ ਨੌਲੇਜ ਨੂੰ। ਸੈਕੰਡਲੀ ਹੈ ਯੂਕੇ ਦੇ ਵਿੱਚ ਜੋ ਰਿਨੋਨ ਯੂਨੀਵਰਸਿਟੀਜ਼ ਨੇ, ਮੋਸਟ ਆਫ ਦੀ ਯੂਨੀਵਰਸਿਟੀ ਪਬਲਿਕ ਫੰਡਡ ਯੂਨੀਵਰਸਿਟੀਜ਼ ਨੇ, ਉੱਥੇ ਪ੍ਰੈਫਰ ਕੀਤਾ ਜਾਂਦਾ ਹੈ ਪ੍ਰੈਕਟੀਕਲ ਨੌਲੇਜ ਨੂੰ ਐਜ਼ ਕੰਪੇਅਰ ਟੂ ਥਿਓਰੈਟੀਕਲ ਨੌਲੇਜ। ਇਸ ਦੇ ਨਾਲ ਕੀ ਹੁੰਦਾ, ਬੱਚੇ ਨੂੰ ਡਿਊਰਿੰਗ ਸਟੱਡੀ ਹੀ ਉਹਨੂੰ ਹੈਂਡ ਔਨ ਐਕਸਪੀਰੀਅੰਸ ਹੋਣ ਲੱਗ ਜਾਂਦਾ ਹੈ। ਸੈਕਿੰਡ, ਉਸਨੂੰ ਪਾਰਟ ਟਾਈਮ ਵਰਕ ਕਰ ਸਕਦਾ ਹੈ, ਜਿਸ ਦੇ ਨਾਲ ਬੱਚੇ ਨੂੰ ਐਕਸਪੀਰੀਅੰਸ ਉਹਦੀ ਸਟੱਡੀ ਦੇ ਨਾਲ ਨਾਲ ਹੀ ਮਿਲਦਾ ਰਹਿੰਦਾ ਹੈ। ਜਦੋਂ ਬੱਚਾ ਸਟੱਡੀ ਕੰਪਲੀਟ ਕਰਕੇ ਹਟਦਾ ਹੈ ਤਾਂ ਉਹ ਐਜ਼ ਅ ਫਰੈਸ਼ਰ ਕਾਊਂਟ ਨਹੀਂ ਹੁੰਦਾ। ਲੇਕਿਨ ਇੰਡੀਆ ਦੇ ਵਿੱਚ ਬੱਚੇ ਨੂੰ ਪਾਰਟ ਟਾਈਮ ਸਟੱਡੀ ਦਾ ਆਪਸ਼ਨ ਨਹੀਂ ਮਿਲਦਾ। ਦੈਨ ਕੁਐਸਚਨ ਆਉਂਦਾ ਹੈ ਬੱਚੇ ਕੋਲ ਫੰਡਿੰਗ ਕਿੰਨੀ ਹੈ। ਮੋਸਟ ਆਫ ਬੱਚੇ ਕੀ ਕਰਦੇ ਹਨ ਕਿ ਉਹ ਪੈਕੇਜ ਸਿਸਟਮ ਦੇ ਵਿੱਚ ਡੀਲ ਕਰਦੇ ਹਨ। ਏਜੰਟ ਕੋਲ ਜਾਂਦੇ ਹਨ, ਉੱਥੇ ਪੈਕੇਜ ਕਰਦੇ ਹਨ 18 ਲੱਖ ਦਾ, 20 ਲੱਖ ਦਾ। ਉਹਨਾਂ ਨੂੰ ਨਾ ਤਾਂ ਏਜੰਟ ਉਹਨਾਂ ਨੂੰ ਕੋਈ ਕੋਰਸ ਦੀ ਇਨਫੋਰਮੇਸ਼ਨ ਦਿੰਦਾ ਹੈ, ਨਾ ਉਹਨਾਂ ਦੇ ਫੰਡਾਂ ਦੀ ਇਨਫੋਰਮੇਸ਼ਨ ਦਿੰਦਾ ਹੈ, ਨਾ ਹੀ ਉਸ ਦੀ ਕਿੰਨੀ ਫੀਸ ਪੇ ਕੀਤੀ ਹੈ ਜਾਂ ਕਿੰਨੀ ਉਸਨੇ ਕਰਨੀ ਹੈ, ਉਸ ਦੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ। ਇਸ ਕਰਕੇ ਬੱਚਾ ਮੋਸਟਲੀ ਇੰਟਰਵਿਊ ਦੇ ਵਿੱਚ ਰਿਜੈਕਟ ਹੋ ਜਾਂਦਾ, ਕਿਉਂਕਿ ਉਸਨੂੰ ਇਸ ਕੁਐਸਚਨ ਦਾ ਆਨਸਰ ਨਹੀਂ ਪਤਾ ਹੁੰਦਾ। ਇਸ ਲਈ ਜੇ ਤੁਸੀਂ ਪੈਕੇਜ ਵੀ ਕਰਦੇ ਹੋ, ਫਸਟ ਆਫ ਆਲ ਪਹਿਲੀ ਗੱਲ ਤਾਂ ਤੁਸੀਂ ਜੈਨੂਅਨ ਵੇ ਦੇ ਨਾਲ ਚੱਲੋ, ਠੀਕ ਹੈ। ਸਟੈਪ ਬਾਏ ਸਟੈਪ ਪੇਮੈਂਟ ਦੇ ਵਿੱਚ ਹਮੇਸ਼ਾ ਬਿਲੀਵ ਕਰੋ, ਕਿਉਂਕਿ ਉਸ ਦੇ ਵਿੱਚ ਤੁਹਾਨੂੰ ਪਤਾ ਹੁੰਦਾ ਹੈ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਕੀ ਹੈ, ਉਸਨੂੰ ਕਿੰਨੀ ਫੀਸ ਚਾਹੀਦੀ ਹੈ, ਕਿੰਨੀ ਤੁਸੀਂ ਪੇ ਕਰਨੀ ਹੈ, ਕਿਸ ਅਕਾਊਂਟ ਦੇ ਵਿੱਚ ਪੇ ਕਰ ਰਹੇ ਹੋ, ਨੈਕਸਟ ਫੀਸ ਤੁਸੀਂ ਕਦੋਂ ਪੇ ਕਰਨੀ ਹੈ। ਬੱਚੇ ਕੀ ਕਰਦੇ ਹਨ, ਪੈਕੇਜ ਦੇ ਵਿੱਚ ਇੱਥੋਂ ਚਲੇ ਜਾਂਦੇ ਹਨ, ਠੀਕ ਹੈ, 35% ਫੀਸ ਭਰ ਕੇ ਜਾਂ 50% ਫੀਸ ਭਰ ਕੇ। ਉੱਧਰ ਜਾ ਕੇ ਪਤਾ ਲੱਗਦਾ ਹੈ ਕਿ ਯੂਨੀਵਰਸਿਟੀ ਕਹਿੰਦੀ ਹੈ ਤੁਹਾਨੂੰ ਇਨਰੋਲਮੈਂਟ ਤੋਂ ਪਹਿਲਾਂ ਫੁੱਲ ਫੀਸ ਪੇ ਕਰਨੀ ਪਵੇਗੀ। ਬੱਚਾ ਪਹਿਲਾਂ ਇੱਥੋਂ 18-20 ਲੱਖ ਰੁਪਈਆ ਲਗਾ ਕੇ ਜਾਂਦਾ ਹੈ, ਉੱਥੇ ਜਾਣ ਸਾਰ ਬੱਚੇ ਨੂੰ 8 ਤੋਂ 10 ਲੱਖ ਰੁਪਈਆ ਫਿਰ ਪੇ ਕਰਨਾ ਪੈਂਦਾ ਹੈ। ਫਿਰ ਉੱਥੇ ਬੱਚਾ ਸੋਚਦਾ ਹੈ ਵੀ ਹੁਣ ਮੈਂ ਕੀ ਕਰਾਂ। ਜਾਂ ਤਾਂ ਉਹ ਸਟੱਡੀ ਛੱਡ ਕੇ ਭੱਜ ਜਾਂਦਾ ਹੈ, ਜਾਂ ਤਾਂ ਬੱਚਾ ਸਟੱਡੀ ਛੱਡ ਦਿੰਦਾ ਹੈ। ਫਿਰ ਅਗਰ ਬੱਚਾ ਸਟੱਡੀ ਛੱਡ ਦਿੰਦਾ ਹੈ ਤਾਂ ਉਸ ਦੀ
ਯੂਨੀਵਰਸਿਟੀ ਉਸ ਦੀ ਕੰਪਲੇਂਟ ਅੰਬੈਸੀ ਨੂੰ ਕਰ ਦਿੰਦੀ ਹੈ ਅਤੇ ਉਸ ਦਾ ਕੈਸ਼ ਲੈਟਰ ਕੈਂਸਲ ਹੋ ਜਾਂਦਾ ਹੈ। ਅਗਰ ਇਹ ਕੈਸ਼ ਲੈਟਰ ਕੈਂਸਲ ਹੋ ਗਿਆ ਤਾਂ ਤੁਹਾਡਾ ਉੱਥੇ ਤੁਸੀਂ ਇਲੀਗਲ ਹੋ ਜਾਂਦੇ ਹੋ ਉੱਥੇ। ਸੋ ਸਭ ਤੋਂ ਪਹਿਲਾਂ ਤਾਂ ਆਪਣਾ ਜੈਨੂਅਨ ਵੇ ਦੇ ਨਾਲ ਵੀਜ਼ਾ ਅਪਲਾਈ ਕਰੋ, ਅਗਰ ਤੁਸੀਂ ਸਿੰਗਲ ਕਰ ਰਹੇ ਹੋ ਚਾਹੇ ਤੁਸੀਂ ਸਪਾਊਸ ਕਰ ਰਹੇ ਹੋ, ਕਿਉਂਕਿ ਅਗਰ ਤੁਸੀਂ ਸਪਾਊਸ ਵੀਜ਼ੇ 'ਤੇ ਹੋ ਤਾਂ ਤੁਹਾਡਾ ਮੇਨ ਐਪਲੀਕੈਂਟ ਜੋ ਹੈ ਉਹਦੇ ਬਿਹਾਫ 'ਤੇ ਹੀ ਸਪਾਊਸ ਦਾ ਵੀਜ਼ਾ ਐਕਸਟੈਂਡ ਹੁੰਦਾ ਹੈ ਹਮੇਸ਼ਾ। ਤੁਹਾਡਾ 1 ਈਅਰ ਦੀ ਸਟੱਡੀ ਹੁੰਦੀ ਹੈ, 1 ਈਅਰ ਤੋਂ ਬਾਅਦ ਤੁਹਾਨੂੰ 2 ਈਅਰ ਦਾ ਵਰਕ ਪਰਮਿਟ ਹੁੰਦਾ ਹੈ। ਵਰਕ ਪਰਮਿਟ ਤੋਂ ਅੱਗੇ ਉਸ ਤੋਂ ਬਾਅਦ ਬੱਚਾ ਕਿਵੇਂ ਐਕਸਟੈਂਡ ਕਰ ਸਕਦਾ, ਮੇਨ ਬੱਚਿਆਂ ਦਾ ਕੁਐਸਚਨ ਹੁੰਦਾ ਹੈ ਕਿ ਆਪਣਾ 2 ਈਅਰ ਦੇ ਵਰਕ ਪਰਮਿਟ ਤੋਂ ਬਾਅਦ ਉਹ ਕਿਵੇਂ ਐਕਸਟੈਂਡ ਹੋਏਗਾ। ਤਾਂ ਉਹਦੇ ਵਿੱਚ ਮੇਨਲੀ ਹੁੰਦਾ ਕਿ ਤੁਹਾਨੂੰ 2 ਈਅਰ ਦੇ ਵਿੱਚ ਇੱਕ ਇੰਪਲੋਇਰ ਲੱਭਣਾ ਪੈਂਦਾ ਹੈ ਜੋ ਤੁਹਾਨੂੰ ਅੱਗੇ ਸਪੋਂਸਰ ਕਰੇ। ਉਹ ਸਪੋਂਸਰ ਕਰੇਗਾ ਅਤੇ ਤਾਂ ਤੁਹਾਡਾ ਅੱਗੇ 2 ਈਅਰ ਤੋਂ ਬਾਅਦ ਵੀਜ਼ਾ ਐਕਸਟੈਂਡ ਹੋਏਗਾ। ਜੇ ਤੁਸੀਂ +2 ਕੀਤੀ ਹੈ ਤਾਂ +2 ਦੇ ਵਿੱਚ ਮੋਸਟਲੀ ਯੂਨੀਵਰਸਿਟੀਜ਼ ਜੋ ਮੈਕਸੀਮਮ ਗੈਪ ਅਸੈਪਟ ਕਰ ਰਹੀਆਂ ਉਹ 3 to 4 ਈਅਰ ਦਾ ਗੈਪ ਅਸੈਪਟ ਕਰਦੀਆਂ ਹਨ। ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਮੈਕਸੀਮਮ ਯੂਨੀਵਰਸਿਟੀ 8 ਤੋਂ 10 ਸਾਲ ਦਾ ਗੈਪ ਅਸੈਪਟ ਕਰ ਲੈਂਦੀਆਂ ਹਨ। ਉਸ ਦੇ ਲਈ ਲੇਕਿਨ ਅਗਰ ਤੁਹਾਡਾ 8 ਤੋਂ 10 ਸਾਲ ਦਾ ਗੈਪ ਹੈ ਤਾਂ ਉਹਦੇ ਲਈ ਯੂਨੀਵਰਸਿਟੀਜ਼ ਆਇਲਸ ਮੈਂਡੇਟਰੀ ਮੰਗਦੀਆਂ ਹਨ। ਤਾਂ ਤੁਹਾਡੀ ਆਇਲਸ ਸਕੋਰ ਮਿਨੀਮਮ ਓਵਰਆਲ 6 ਨੋਟ ਲੈਸ ਦੈਨ 5.5 5.5 ਮੋਡਿਊਲ ਤੋਂ ਘੱਟ ਕਿਸੇ ਵੀ 5.5 ਤੋਂ ਘੱਟ ਕਿਸੇ ਵੀ ਮੋਡਿਊਲ ਦੇ ਵਿੱਚ ਨਹੀਂ ਹੋਣਾ ਚਾਹੀਦਾ। ਮੋਸਟਲੀ ਜੋ ਟੌਪ ਰੈਂਕਡ ਯੂਨੀਵਰਸਿਟੀਜ਼ ਹੁੰਦੀਆਂ ਹਨ ਉਹਨਾਂ ਦੀ ਰਿਕੁਆਇਰਮੈਂਟ ਥੋੜ੍ਹੀ ਹਾਈ ਹੁੰਦੀ ਹੈ ਤਾਂ ਓਵਰਆਲ 6 ਨੋਟ ਲੈਸ ਦੈਨ 5.5 ਨਾਲ ਉਹ ਐਪਲੀਕੇਸ਼ਨ ਅਸੈਪਟ ਕਰਦੀਆਂ ਹਨ। UK ਦੇ ਵਿੱਚ ਜੋ ਯੂਨੀਵਰਸਿਟੀ ਦੀ ਫੀਸ ਹੁੰਦੀ ਹੈ ਉਹ 13,000 ਪਾਊਂਡ ਤੋਂ ਸਟਾਰਟ ਹੋ ਕੇ 17-18,000 ਪਾਊਂਡ ਤੱਕ ਯੂਨੀਵਰਸਿਟੀ ਦੀ ਫੀਸ ਹੁੰਦੀ ਹੈ। ਅਗਰ ਤੁਸੀਂ ਸਿੰਗਲ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀ ਫੰਡ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਤੁਹਾਨੂੰ 18 ਤੋਂ 20 ਲੱਖ ਦੇ ਵਿੱਚ ਹੁੰਦੀ ਹੈ। ਅਗਰ ਤੁਸੀਂ ਵਿਦ ਸਪਾਊਸ ਕਰ ਰਹੇ ਹੋ ਤਾਂ ਤੁਹਾਨੂੰ ਉਹ 25 ਤੋਂ 30 ਲੱਖ ਦੇ ਵਿੱਚ ਤੁਹਾਨੂੰ ਫੰਡ ਦੀ ਰਿਕੁਆਇਰਮੈਂਟ ਰਹੇਗੀ। ਅਗਰ ਤੁਸੀਂ ਵੀ UK ਜਾਣ ਦੇ ਚਾਹਵਾਨ ਹੋ ਜਾਂ ਤੁਹਾਡਾ ਕੋਈ ਵੀ ਫੈਮਿਲੀ ਸਰਕਲ ਦੇ ਵਿੱਚ ਜਾਂ ਫਰੈਂਡ ਸਰਕਲ ਦੇ ਵਿੱਚ ਕੋਈ ਵੀ UK ਜਾਣ ਦਾ ਚਾਹਵਾਨ ਹੈ ਤਾਂ ਉਹਨਾਂ ਨੂੰ ਇੱਕ ਵਾਰੀ CSES ਇਮੀਗ੍ਰੇਸ਼ਨ ਜ਼ਰੂਰ ਸੁਜੈਸਟ ਕਰੋ। ਫਰਦਰ ਇਨਫੋਰਮੇਸ਼ਨ ਦੇ ਲਈ ਨੀਚੇ ਦਿੱਤੇ ਹੋਏ ਨੰਬਰਾਂ 'ਤੇ ਕੰਟੈਕਟ ਕਰੋ ਜਾਂ ਫਿਰ ਸਾਡੇ ਆਫਿਸ ਵਿਜ਼ਿਟ ਕਰੋ। ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਜ਼ਰੂਰ ਲਓ। ਪੈਕੇਜ ਸਿਸਟਮ ਤੋਂ ਬਚੋ, ਉਹਦੇ ਵਿੱਚ ਸਟੂਡੈਂਟ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ। ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ।